ਹੈਲੋ ਫਰੈਂਡਸ, ਕੀ ਹਾਲ ਹੈ ਤੁਹਾਡਾ। ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਪਿਆਸੀ ਨਦੀ, ਇੱਕ ਨੌਕਰਾਣੀ ਦੀ ਕਹਾਣੀ। ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ। ਮੇਰੇ ਪਤੀ ਨੂੰ ਤੁਰਦੇ ਫਿਰਦੇ ਮੈਨੂੰ ਛੇੜਦੇ ਹੋਏ ਸ਼ਰਾਰਤ ਕਰਨ ਦੀ ਆਦਤ ਹੈ। ਉਹ ਕਦੇ ਮੇਰੀਆਂ ਗੱਲਾਂ ਨੂੰ ਛੂਹ ਲੈਂਦੇ ਹਨ ਤੇ ਕਦੇ ਮੇਰੀ ਕਮਰ ਤੇ ਚੁੰਡੀ ਵੜ ਦਿੰਦੇ ਹਨ। ਉਹ ਇਹ ਵੀ ਨਹੀਂ ਦੇਖਦੇ ਕਿ ਆਸੇ-ਪਾਸੇ ਕੋਈ ਹੈ ਜਾਂ ਨਹੀਂ, ਬਸ ਮੇਰੇ ਪ੍ਰਤੀ ਆਪਣਾ ਪਿਆਰ ਸ਼ਰੇਆਮ ਜਤਾਉਂਦੇ ਰਹਿੰਦੇ ਹਨ। ਮੇਰੇ ਮਨਾ ਕਰਨ ਜਾਂ ਸ਼ਰਮ ਕਰੋ ਕਹਿਣ ਤੇ ਅੱਗੋਂ ਕਹਿੰਦੇ ਹਨ, ਯਾਰ ਮੈਂ ਆਪਣੀ ਖੁਦ ਦੀ ਪਤਨੀ ਨੂੰ ਛੇੜ ਰਿਹਾ ਹਾਂ, ਕਿਸੇ ਰਾਹ ਜਾਂਦੀ ਕੁੜੀ ਨੂੰ ਨਹੀਂ। ਕਿਸੇ ਹੋਰ ਨਾਲ ਪਿਆਰ ਨਹੀਂ ਜਤਾ ਰਿਹਾ, ਆਪਣੀ ਪਤਨੀ ਨਾਲ ਪਿਆਰ ਜਤਾ ਰਿਹਾ ਹਾਂ। ਸਮਝੀ ਜਾਨੂ, ਬੇਸ਼ੱਕ ਮੈਨੂੰ ਵੀ ਉਹਨਾਂ ਨਾਲ ਇੰਨਾ ਹੀ ਪਿਆਰ ਹੈ ਤੇ ਉਹਨਾਂ ਦਾ ਇਸ ਤਰ੍ਹਾਂ ਮੈਨੂੰ ਵੀ ਛੇੜਨਾ ਚੰਗਾ ਲੱਗਦਾ ਹੈ ਤੇ ਮੈਂ ਵੀ ਕਦੇ-ਕਦੇ ਚੋਰੀ-ਚੋਰੀ ਉਹਨਾਂ ਨੂੰ ਕਿਸ ਕਰ ਲੈਂਦੀ ਹਾਂ। ਪਰ ਇੱਕ ਦੋ ਵਾਰ ਮੈਂ ਨੋਟਿਸ ਕੀਤਾ ਕਿ ਸਾਡੀ ਕੰਮ ਵਾਲੀ ਰਾਣੀ ਸਾਨੂੰ ਪਤੀ ਪਤਨੀ ਨੂੰ ਅਜਿਹੀਆਂ ਸ਼ਰਾਰਤਾਂ ਕਰਦੇ ਹੋਏ ਦਰਵਾਜ਼ੇ ਦੇ ਓਹਲੇ ਹੋ ਕੇ ਲੁਕ-ਲੁਕ ਕੇ ਦੇਖਦੀ ਹੈ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਮੇਰਾ ਵਹਿਮ ਹੈ, ਪਰ ਜਦੋਂ ਮੈਂ ਰਾਣੀ ਦੀਆਂ ਇਹੋ ਜਿਹੀਆਂ ਹਰਕਤਾਂ ਵਾਰ-ਵਾਰ ਦੇਖੀਆਂ ਤਾਂ ਮੈਨੂੰ ਚੰਗਾ ਨਾ ਲੱਗਿਆ। ਉਂਝ ਰਾਣੀ ਬਹੁਤ ਚੰਗੀ ਹੈ, ਉਸਦਾ ਸੁਭਾਅ ਵੀ ਬਹੁਤ ਚੰਗਾ ਹੈ, ਮਿਲਣਸਾਰ ਹੈ ਤੇ ਉਹ ਕੰਮ ਵੀ ਬਹੁਤ ਵਧੀਆ ਕਰਦੀ ਹੈ। ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਜਦੋਂ ਉਹ ਕੁਆਰੀ ਹੁੰਦੀ ਸੀ ਉਦੋਂ ਤੋਂ ਸਾਡੇ ਕੰਮ ਕਰ ਰਹੀ ਹੈ। ਅਜੇ 1 ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਹੈ। ਉਹਦਾ ਸਹੁਰਾ ਘਰ ਸਾਡੇ ਘਰ ਦੇ ਨੇੜੇ ਹੀ ਹੈ ਤੇ ਵਿਆਹ ਤੋਂ ਬਾਅਦ ਵੀ ਰਾਣੀ ਨੇ ਸਾਡੇ ਘਰ ਕੰਮ ਕਰਨਾ ਨਹੀਂ ਛੱਡਿਆ ਸੀ। ਉਹ ਸਾਡੇ ਪਰਿਵਾਰ ਵਿੱਚ ਘੁਲ ਮਿਲ ਗਈ ਸੀ। ਅਸਲ ਵਿੱਚ ਕੁਆਰੀਆਂ ਕੁੜੀਆਂ ਨੂੰ ਇਹੋ ਜਿਹੀਆਂ ਹਰਕਤਾਂ ਦੇਖਣ ਦੀ ਆਦਤ ਹੁੰਦੀ ਹੈ, ਪਰ ਰਾਣੀ ਦਾ ਤਾਂ ਹੁਣ ਵਿਆਹ ਹੋ ਚੁੱਕਿਆ ਸੀ। ਉਸਦਾ ਪਤੀ ਉਹਨੂੰ ਪਿਆਰ ਕਰਦਾ ਹੋਵੇਗਾ, ਉਸਨੂੰ ਸਰੀਰਕ ਸੁੱਖ ਦਿੰਦਾ ਹੋਵੇਗਾ, ਫਿਰ ਸਾਨੂੰ ਪਿਆਰ ਜਤਾਉਂਦੇ ਹੋਏ ਦੇਖਣ ਦਾ ਉਸਦਾ ਇੰਨਾ ਕੀ ਚਸਕਾ ਸੀ। ਮੈਂ ਆਪਣੇ ਪਤੀ ਨੂੰ ਵੀ ਇਸ ਬਾਰੇ ਦੱਸਿਆ ਸੀ, ਪਰ ਉਹਨਾਂ ਨੇ ਗੱਲ ਨੂੰ ਮਜ਼ਾਕ ਵਿੱਚ ਟਾਲ ਦਿੱਤਾ ਸੀ। ਪਰ ਮੈਂ ਅੱਗੇ ਤੋਂ ਚੌਕਸ ਹੋ ਗਈ ਸੀ। ਜਦੋਂ ਰਾਣੀ ਕੰਮ ਕਰਨ ਆਉਂਦੀ ਸੀ ਤਾਂ ਮੈਂ ਆਪਣੇ ਪਤੀ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਇਸੇ ਤਰ੍ਹਾਂ ਹੀ ਸਾਲ ਲੰਘ ਗਿਆ ਸੀ। ਇੱਕ ਦਿਨ ਬਿਨਾਂ ਦੱਸੇ ਰਾਣੀ ਕੰਮ ਤੇ ਨਾ ਆਈ, ਪਰ ਉਹਨੇ ਅਜੇ ਤੱਕ ਅਜਿਹਾ ਕਦੇ ਨਹੀਂ ਕੀਤਾ ਸੀ, ਕਿਉਂਕਿ ਉਸਨੇ ਜਦੋਂ ਵੀ ਛੁੱਟੀ ਲੈਣੀ ਹੁੰਦੀ ਸੀ ਤਾਂ ਉਹ ਮੈਨੂੰ ਫੋਨ ਕਰਕੇ ਦੱਸ ਦਿੰਦੀ ਸੀ ਤੇ ਮੈਂ ਸੋਚਿਆ ਚਲੋ ਕੋਈ ਜ਼ਰੂਰੀ ਕੰਮ ਹੋ ਗਿਆ ਹੋਣਾ ਹੈ, ਤਾਂ ਹੀ ਉਹ ਕੰਮ ਤੇ ਨਹੀਂ ਆਈ। ਪਰ ਉਹ ਦੂਸਰੇ ਦਿਨ ਵੀ ਕੰਮ ਤੇ ਨਾ ਆਈ ਤਾਂ ਮੈਂ ਉਹਦੇ ਪਤੀ ਨੂੰ ਫੋਨ ਕੀਤਾ, ਪਰ ਕੋਈ ਜਵਾਬ ਨਾ ਆਇਆ। ਮੈਂ ਆਪਣੇ ਪਤੀ ਨੂੰ ਕਿਹਾ, ਆਪਾਂ ਰਾਣੀ ਦੇ ਘਰ ਚੱਲਦੇ ਹਾਂ, ਮੈਨੂੰ ਫਿਕਰ ਹੋ ਰਹੀ ਹੈ, ਜ਼ਰੂਰ ਕੁਝ ਹੋਇਆ ਹੋਵੇਗਾ, ਨਹੀਂ ਤਾਂ ਉਹ ਬਿਨਾਂ ਦੱਸੇ ਕਦੇ ਛੁੱਟੀ ਨਹੀਂ ਲੈਂਦੀ। ਪਰ ਉਹਨਾਂ ਨੂੰ ਜ਼ਿਆਦਾ ਫਿਕਰ ਨਹੀਂ ਸੀ। ਉਹ ਅੱਗੋਂ ਬੋਲੇ, ਕੋਈ ਦੂਜੀ ਕੰਮ ਵਾਲੀ ਰੱਖ ਲੈਂਦੇ ਆ, ਐਵੇਂ ਕਿਸੇ ਦੂਜੇ ਦੇ ਝਮੇਲਿਆਂ ਵਿੱਚ ਪੈਣ ਦੀ ਕੀ ਲੋੜ ਹੈ। ਮੈਨੂੰ ਦਫ਼ਤਰ ਜਾਣ ਦੀ ਲੇਟ ਹੋ ਰਿਹਾ ਹਾਂ। ਪਰ ਮੇਰੇ ਮਨ ਨੂੰ ਚੈਨ ਨਹੀਂ ਆ ਰਿਹਾ ਸੀ ਤੇ ਇਹਨਾਂ ਦੇ ਦਫ਼ਤਰ ਜਾਂਦੇ ਹੀ ਮੈਂ ਐਕਟਿਵਾ ਲਈ ਤੇ ਰਾਣੀ ਦੇ ਘਰ ਵੱਲ ਚੱਲ ਪਈ। ਰਾਣੀ ਦਾ ਘਰ ਸਾਡੇ ਘਰ ਤੋਂ ਨੇੜੇ ਹੀ ਸੀ। ਉਹਨਾਂ ਦੀ ਗਲੀ ਦੇ ਮੋੜ ਤੇ ਸਕੂਟੀ ਖੜਾ ਦਿੱਤੀ ਤੇ ਪੈਦਲ ਤੁਰ ਕੇ ਉਹਨਾਂ ਦੀ ਭੀੜੀ ਗਲੀ ਵਿੱਚ ਚਲੀ ਗਈ ਤੇ ਉਹਨਾਂ ਦੇ ਘਰ ਦੇ ਬਾਹਰ ਪਹੁੰਚ ਗਈ। ਅੱਗੇ ਜਾ ਕੇ ਦੇਖਿਆ ਤਾਂ ਰਾਣੀ ਦੀ ਸੱਸ ਵਿਹੜੇ ਵਿੱਚ ਬੈਠੀ ਕੰਮ ਕਰ ਰਹੀ ਸੀ। ਮੈਂ ਉਹਨਾਂ ਨੂੰ ਪੁੱਛਿਆ, ਮਾਸੀ ਰਾਣੀ ਕਿੱਥੇ ਹੈ? 2 ਦਿਨ ਤੋਂ ਕੰਮ ਤੇ ਨਹੀਂ ਆ ਰਹੀ। ਇੰਨਾ ਸੁਣਦੇ ਹੀ ਰਾਣੀ ਦੀ ਸੱਸ ਹੈਰਾਨ ਹੋ ਕੇ ਖੜੀ ਹੋ ਗਈ ਤੇ ਗੁੱਸੇ ਨਾਲ ਬੋਲੀ, ਉਸ ਕਲਿਆਣੀ ਦਾ ਨਾਂ ਵੀ ਨਾ ਲੈ, ਉਸਨੇ ਸਾਡੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ। ਪਰ ਮੈਂ ਹਕੀਕਤ ਜਾਣਨਾ ਚਾਹੁੰਦੀ ਸੀ। ਪਰ ਉਹ ਰਾਣੀ ਨੂੰ ਗਾਲਾਂ ਕੱਢਦੀ ਹੋਈ ਦਰਵਾਜ਼ਾ ਬੰਦ ਕਰਕੇ ਘਰ ਦੇ ਅੰਦਰ ਚਲੀ ਗਈ। ਗਵਾਂਢ ਦੇ ਘਰ ਦੇ ਬਾਹਰ ਇੱਕ ਕੁੜੀ ਖੜੀ ਸੀ ਜੋ ਸਾਰਾ ਕੁਝ ਦੇਖ ਰਹੀ ਸੀ। ਮੈਂ ਉਹਦੇ ਕੋਲ ਗਈ ਤਾਂ ਉਹਨੇ ਵੀ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਧੱਕਾ ਦੇ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਪੁੱਛਿਆ, ਜੇਕਰ ਤੈਨੂੰ ਪਤਾ ਹੈ ਤਾਂ ਸਿਰਫ ਇੰਨਾ ਦੱਸ ਦੇ, ਰਾਣੀ ਕਿੱਥੇ ਹੈ? ਉਹ ਅੱਗੋਂ ਬੋਲੀ ਕਿ ਸਰਕਾਰੀ ਹਸਪਤਾਲ ਵਿੱਚ। ਇਹ ਕਹਿ ਕੇ ਕੁੜੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਅੰਦਰ ਚਲੀ ਗਈ। ਮੈਂ ਤੁਰੰਤ ਸਰਕਾਰੀ ਹਸਪਤਾਲ ਪਹੁੰਚ ਗਈ। ਕਾਫੀ ਦੇਰ ਭਾਲ ਕਰਨ ਤੋਂ ਬਾਅਦ ਮੈਨੂੰ ਰਾਣੀ ਮਿਲ ਗਈ ਤੇ ਉੱਥੇ ਪੁਲਿਸ ਵੀ ਖੜੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਰਾਣੀ ਨਾਲ ਅਜਿਹਾ ਕੀ ਹੋਇਆ ਹੈ। ਮੈਂ ਜਦੋਂ ਨੇੜੇ ਗਈ ਤਾਂ ਰਾਣੀ ਨੇ ਮੈਨੂੰ ਦੇਖ ਕੇ ਸ਼ਰਮ ਨਾਲ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਮੈਂ ਇੱਕ ਕੁਰਸੀ ਤੇ ਬੈਠ ਗਈ। ਰਾਣੀ ਨੂੰ ਕਿਹਾ, ਮੇਰੇ ਵੱਲ ਦੇਖ। ਰਾਣੀ ਨਜ਼ਰਾਂ ਚੁਰਾ ਰਹੀ ਸੀ ਤੇ ਬੋਲੀ, ਮੈਡਮ ਤੁਸੀਂ ਇੱਥੇ? ਮੈਂ ਕਿਹਾ, ਜਦੋਂ ਤੂੰ ਕੋਈ ਖਬਰ ਨਹੀਂ ਦਿੱਤੀ ਤਾਂ ਮੈਨੂੰ ਹੀ ਆਉਣਾ ਪੈਣਾ ਸੀ। ਦੱਸ ਕੀ ਗੱਲ ਹੋਈ ਹੈ? ਕਿਤੇ ਡਿੱਗ ਤਾਂ ਨਹੀਂ ਗਈ ਜਾਂ ਕਿਸੇ ਨੇ ਮਾਰਿਆ? ਸਾਰੀ ਗੱਲ ਦੱਸ। ਰਾਣੀ ਨੇ ਕਿਹਾ, ਮੈਡਮ ਸਾਰਾ ਕੁਝ ਦੱਸੂਗੀ, ਥੋੜੀ ਜਿਹੀ ਠੀਕ ਹੋ ਜਾਵਾਂ ਫਿਰ ਤੁਹਾਡੇ ਘਰ ਆਵਾਂਗੀ। ਇੱਥੇ ਕੁਝ ਵੀ ਦੱਸਣਾ ਠੀਕ ਨਹੀਂ ਹੈ। ਮੇਰੀ ਗੱਲ ਸੁਣ ਕੇ ਤੁਸੀਂ ਹੀ ਇਨਸਾਫ ਕਰਨਾ ਕਿ ਮੈਂ ਸਹੀ ਕੀਤਾ ਜਾਂ ਗਲਤ। ਮੈਨੂੰ ਲੱਗਿਆ ਸ਼ਾਇਦ ਕੋਈ ਗੰਭੀਰ ਮਸਲਾ ਹੈ, ਇਸ ਲਈ ਮੈਂ ਕਿਹਾ, ਠੀਕ ਹੈ, ਮੈਂ ਇੰਤਜ਼ਾਰ ਕਰਾਂਗੀ।
ਤੇ ਮੈਂ ਉਸ ਨੂੰ 4000 ਰੁਪਏ ਮਦਦ ਵਜੋਂ ਦਿੱਤੇ ਤੇ ਕਿਹਾ ਕਿ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸ ਦੇਣਾ। ਤੇ ਫਿਰ ਘਰ ਆ ਗਈ। ਸਭ ਤੋਂ ਪਹਿਲਾਂ ਮੈਂ ਘਰ ਆ ਕੇ ਕਿਸੇ ਹੋਰ ਕੰਮ ਵਾਲੀ ਦਾ ਇੰਤਜ਼ਾਮ ਕੀਤਾ, ਕਿਉਂਕਿ ਰਾਣੀ ਨੇ ਹਾਲੇ ਕਾਫੀ ਦਿਨ ਕੰਮ ਤੇ ਨਹੀਂ ਆਉਣਾ ਸੀ। ਮੈਂ ਆਪਣੇ ਪਤੀ ਨੂੰ ਰਾਣੀ ਬਾਰੇ ਸਾਰਾ ਕੁਝ ਦੱਸਿਆ, ਪਰ ਮੇਰੇ ਪਤੀ ਨੇ ਹਮਦਰਦੀ ਦਿਖਾਉਣ ਦੀ ਬਜਾਏ ਮੈਨੂੰ ਗੁੱਸੇ ਨਾਲ ਡਾਂਟਿਆ ਤੇ ਕਿਹਾ, ਨਵੀਂ ਕੰਮ ਵਾਲੀ ਮਿਲ ਗਈ ਹੈ, ਹੁਣ ਛੱਡ ਪਰਾਂ ਰਾਣੀ ਨੂੰ। ਕਿਸੇ ਦੀ ਜ਼ਿੰਦਗੀ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਨੂੰ ਜਾਣਨ ਦੀ ਕੋਈ ਲੋੜ ਨਹੀਂ ਹੈ। ਪਰ ਫਿਰ ਵੀ ਮੇਰੇ ਮਨ ਵਿੱਚ ਰਾਣੀ ਪ੍ਰਤੀ ਆਪਣਾਪਨ ਸੀ, ਕਿਉਂਕਿ ਉਹ ਸਾਲਾਂ ਤੋਂ ਸਾਡੇ ਘਰ ਵਿੱਚ ਕੰਮ ਕਰ ਰਹੀ ਸੀ ਤੇ ਸਾਡੇ ਘਰ ਦਾ ਹਿੱਸਾ ਸੀ। ਜੇਕਰ ਉਹ ਕਿਸੇ ਮੁਸੀਬਤ ਵਿੱਚ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਮਦਦ ਕਰੀਏ। ਹੌਲੀ-ਹੌਲੀ 2 ਮਹੀਨੇ ਲੰਘ ਗਏ। ਇੱਕ ਦਿਨ ਅਚਾਨਕ ਰਾਣੀ ਦਾ ਫੋਨ ਆਇਆ, ਮੈਡਮ ਤੁਸੀਂ ਘਰੇ ਹੋ? ਮੈਂ ਕਿਹਾ, ਹਾਂ ਘਰ ਹੀ ਹਾਂ। ਤੇ ਉਹ ਬੋਲੀ, ਮੈਂ ਤੁਹਾਡੇ ਘਰ ਆ ਰਹੀ ਹਾਂ। ਮੈਂ ਗੈਸ ਤੇ ਚਾਹ ਧਰ ਦਿੱਤੀ। ਮੈਂ ਰਾਣੀ ਦੀ ਕਹਾਣੀ ਸੁਣਨ ਵਾਸਤੇ ਉਤਾਵਲੀ ਸੀ। ਕੁਝ ਦੇਰ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਬਾਹਰ ਰਾਣੀ ਖੜੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕਿਵੇਂ ਹੈ ਰਾਣੀ? ਤਾਂ ਅੱਗੋਂ ਬੋਲੀ, ਮੈਡਮ ਸਰੀਰ ਦੇ ਜ਼ਖਮ ਤਾਂ ਠੀਕ ਹੋ ਗਏ ਹਨ, ਪਰ ਜੋ ਮਨ ਤੇ ਜ਼ਖਮ ਹਨ ਉਹ ਹਜੇ ਤੱਕ ਠੀਕ ਨਹੀਂ ਹੋਏ। ਉਹਨਾਂ ਦਾ ਇਲਾਜ ਕਿਵੇਂ ਕਰਾਂ? ਮੈਂ ਰਾਣੀ ਨੂੰ ਪਾਣੀ ਅਤੇ ਚਾਹ ਪਿਆ ਕੇ ਸ਼ਾਂਤ ਕੀਤਾ। ਫਿਰ ਉਸ ਨੂੰ ਕਿਹਾ, ਚੱਲ ਰਾਣੀ ਹੁਣ ਸਾਰੀ ਗੱਲ ਦੱਸ, ਕੀ ਹੋਇਆ ਸੀ? ਤਾਂ ਰਾਣੀ ਨੇ ਕਿਹਾ, ਮੈਡਮ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਸਿਰਫ ਢਿੱਡ ਦੀ ਭੁੱਖ ਹੀ ਸਰੀਰ ਨੂੰ ਤੰਗ ਕਰਦੀ ਹੈ? ਜਵਾਨ ਖੂਨ ਨੂੰ ਸਰੀਰ ਦੀ ਪਿਆਸ ਵੀ ਲੱਗਦੀ ਹੈ ਕਿ ਨਹੀਂ? ਸੈਕਸ ਲਈ ਸਰੀਰਕ ਜ਼ਰੂਰਤ ਜਿੰਨੀ ਮਰਦਾਂ ਨੂੰ ਮਚਾਉਂਦੀ ਹੈ ਓਨੀ ਹੀ ਔਰਤਾਂ ਨੂੰ ਵੀ ਮਚਾਉਂਦੀ ਹੈ ਕਿ ਨਹੀਂ? ਵਿਆਹ ਤੋਂ ਬਾਅਦ ਵੀ ਜੇਕਰ ਇਸ ਜੋਸ਼ ਦਾ ਇਲਾਜ ਨਾ ਹੋਵੇ ਤਾਂ ਇੱਕ ਔਰਤ ਨੂੰ ਕੀ ਕਰਨਾ ਚਾਹੀਦਾ ਹੈ? ਮੈਡਮ ਮੇਰੇ ਵਿਆਹ ਨੂੰ 2 ਸਾਲ ਹੋ ਗਏ ਹਨ, ਪਰ ਮੈਂ ਅਜੇ ਤੱਕ ਕੁਆਰੀ ਹਾਂ। ਮੇਰਾ ਪਤੀ ਨਾਮਰਦ ਹੈ। ਅੱਜ ਤੱਕ ਉਸਨੇ ਮੈਨੂੰ ਕਦੇ ਹੱਥ ਤੱਕ ਨਹੀਂ ਲਾਇਆ। ਮੇਰੇ ਅੰਦਰ ਦਾ ਜੋਸ਼ ਲਾਵੇ ਦੀ ਤਰ੍ਹਾਂ ਵਹਿ ਰਿਹਾ ਹੈ। ਜੇਕਰ ਇਹ ਸਾਰਾ ਕੁਝ ਕਿਸੇ ਮਰਦ ਨਾਲ ਹੁੰਦਾ ਤਾਂ ਉਹ ਆਪਣੀ ਜ਼ਰੂਰਤ ਪੂਰੀ ਕਰਨ ਲਈ ਕਿਤੇ ਵੀ ਮੂੰਹ ਮਾਰਦਾ। ਇਸ ਸਰੀਰ ਦੀ ਅੱਗ ਤੋਂ ਕੌਣ ਬਚ ਸਕਿਆ ਹੈ? ਇੱਕ ਕੁੜੀ ਨੇ ਆਪਣੀ ਅੱਖਾਂ ਵਿੱਚ ਕਿੰਨੇ ਸੁਪਨੇ ਭਰੇ ਹੁੰਦੇ ਹਨ ਕਿ ਉਸ ਦਾ ਵਿਆਹ ਹੋਵੇਗਾ ਤੇ ਉਸ ਤੋਂ ਬਾਅਦ ਕੀ ਕੁਝ ਕਰੇਗੀ। ਮੈਂ ਪਤੀ ਦੇ ਪਿਆਰ ਨੂੰ ਤਰਸਦੀ ਰਹੀ ਹਾਂ, ਪਰ ਮੇਰਾ ਨਸੀਬ ਹੀ ਖੋਟਾ ਸੀ ਕਿ ਮੈਨੂੰ ਇੱਕ ਅਜਿਹਾ ਪਤੀ ਮਿਲਿਆ ਜੋ ਮੇਰੀ ਸਰੀਰਕ ਭੁੱਖ ਨੂੰ ਦੂਰ ਨਹੀਂ ਕਰ ਸਕਦਾ। ਮੈਂ ਅੱਗੋਂ ਕਿਹਾ, ਰਾਣੀ ਇਸ ਤੋਂ ਚੰਗਾ ਤਾਂ ਤੂੰ ਆਪਣੇ ਪਤੀ ਤੋਂ ਤਲਾਕ ਲੈ ਲਾ ਤੇ ਦੂਜਾ ਵਿਆਹ ਕਰਵਾ ਲੈ। ਅੱਗੋਂ ਰਾਣੀ ਨੇ ਕਿਹਾ, ਮੈਡਮ ਸਾਡੇ ਸਮਾਜ ਵਿੱਚ ਇੱਕ ਵਾਰ ਕੁੜੀ ਜਿਸ ਘਰ ਵਿੱਚ ਵਿਆਹੀ ਜਾਂਦੀ ਹੈ ਤਾਂ ਉਸ ਘਰ ਚੋਂ ਉਸਦੀ ਅਰਥੀ ਹੀ ਉੱਠਦੀ ਹੈ। ਤਲਾਕਸ਼ੁਦਾ ਕੁੜੀ ਦਾ ਪੂਰੇ ਸਮਾਜ ਵਿੱਚ ਬਾਈਕਾਟ ਕਰ ਦਿੱਤਾ ਜਾਂਦਾ ਹੈ। ਮੈਡਮ ਹੁਣ ਮੈਨੂੰ ਇਸ ਨਾਮਰਦ ਨਾਲ ਸਾਰੀ ਜ਼ਿੰਦਗੀ ਬਿਤਾਉਣੀ ਹੋਵੇਗੀ ਤੇ ਤਿਲ ਕੇ ਮਰਨਾ ਹੋਵੇਗਾ। ਮੇਰੇ ਜੇਠ ਜਠਾਣੀ ਦਾ ਕਮਰਾ ਸਾਡੇ ਕਮਰੇ ਦੇ ਨਾਲ ਹੀ ਹੈ। ਅੱਧੀ ਰਾਤ ਤੱਕ ਉਹਨਾਂ ਦੇ ਕਮਰੇ ਵਿੱਚੋਂ ਪਿਆਰ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਤੇ ਮੇਰੇ ਕੰਨਾਂ ਵਿੱਚ ਚੁੱਭਦੀਆਂ ਰਹਿੰਦੀਆਂ ਹਨ ਤੇ ਲੱਗਦਾ ਹੈ ਕਿਸੇ ਨੇ ਉਬਲਦਾ ਹੋਇਆ ਲਾਵਾ ਮੇਰੇ ਕੰਨਾਂ ਵਿੱਚ ਪਾ ਦਿੱਤਾ ਹੋਵੇ। ਜੇਠ ਵੱਲੋਂ ਜੇਠਾਣੀ ਦੇ ਸਰੀਰ ਨੂੰ ਮਸਲਨ ਤੇ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਆਹਾਂ ਤੇ ਸਿਸਕੀਆਂ ਮੇਰੇ ਅੰਦਰ ਵੀ ਹਵਸ ਦੀ ਜਵਾਲਾ ਭੜਕਾ ਦਿੰਦੀਆਂ ਸਨ। ਮੈਂ ਬੇਕਾਬੂ ਹੋ ਕੇ ਆਪਣੇ ਪਤੀ ਨਾਲ ਚਿੰਬੜ ਜਾਂਦੀ ਸੀ। ਉਹਨਾਂ ਵਿੱਚ ਜੋਸ਼ ਲਿਆਉਣ ਦੀ ਕੋਸ਼ਿਸ਼ ਕਰਦੀ ਸੀ, ਪਰ ਉਸ ਠੰਡੇ ਸਮੁੰਦਰ ਵਿੱਚ ਤੂਫਾਨ ਉੱਠਦਾ ਹੀ ਨਹੀਂ। ਤੁਹਾਨੂੰ ਤਾਂ ਪਤਾ ਹੀ ਹੋਵੇਗਾ, ਸਾਹਿਬ ਜਦੋਂ ਤੁਹਾਨੂੰ ਛੇੜਦੇ ਸਨ ਤੇ ਤੁਹਾਡੇ ਨਾਲ ਸ਼ਰਾਰਤਾਂ ਕਰਦੇ ਸਨ ਤਾਂ ਮੈਂ ਲੁਕ ਕੇ ਤੁਹਾਨੂੰ ਦੇਖਦੀ ਹੁੰਦੀ ਸੀ। ਤੁਹਾਨੂੰ ਦੇਖ ਕੇ ਮੇਰਾ ਵੀ ਜੀ ਕਰਦਾ ਸੀ ਕੋਈ ਮੈਨੂੰ ਵੀ ਛੇੜੇ ਤੇ ਮੈਨੂੰ ਵੀ ਪਿਆਰ ਕਰੇ। ਇੱਕ ਦਿਨ ਮੇਰੇ ਤਾਇਆ ਸਹੁਰੇ ਦਾ ਲੜਕਾ ਚੰਦਨ ਸਾਡੇ ਘਰ ਆਇਆ ਸੀ। ਉਹ ਇੱਕ ਸੋਹਣਾ ਜਵਾਨ ਸੀ ਤੇ ਉਸ ਦਾ ਸਰੀਰ ਗਠੀਲਾ ਸੀ, ਜਿਹਨੂੰ ਦੇਖ ਕੇ ਮੇਰੇ ਅੰਦਰ ਖਲਬਲੀ ਮਚ ਗਈ। ਉਸ ਦੀਆਂ ਨਜ਼ਰਾਂ ਮੇਰੇ ਉੱਤੇ ਪੈਂਦੇ ਹੀ ਮੈਂ ਆਪਣੇ ਬੁੱਲ੍ਹਾਂ ਤੇ ਜੀਭ ਫੇਰ ਕੇ ਆਪਣੀ ਪਿਆਸ ਉਸ ਅੱਗੇ ਜ਼ਾਹਿਰ ਕਰ ਦਿੱਤੀ ਸੀ। ਇਸ ਤੋਂ ਬਾਅਦ ਉਹ ਵਾਰ-ਵਾਰ ਸਾਡੇ ਘਰ ਆਉਣ ਲੱਗਿਆ ਤੇ ਅਸੀਂ ਇੱਕ ਦੂਜੇ ਦੇ ਕਾਫੀ ਨੇੜੇ ਹੋਣ ਲੱਗ ਪਏ ਸੀ। ਤੇ ਇੱਕ ਦਿਨ ਮੇਰੀ ਭੂਆ ਸੱਸ ਦੀ ਕੁੜੀ ਦੀ ਮੰਗਣੀ ਸੀ ਤਾਂ ਘਰ ਦੇ ਸਾਰੇ ਜਣੇ ਨਾਲ ਦੇ ਪਿੰਡ ਜਾ ਰਹੇ ਸਨ, ਪਰ ਮੈਂ ਪੇਟ ਦਰਦ ਦਾ ਬਹਾਨਾ ਬਣਾ ਕੇ ਘਰ ਵਿੱਚ ਰੁਕ ਗਈ ਤੇ ਜਿਵੇਂ ਹੀ ਘਰ ਦੇ ਸਾਰੇ ਮੈਂਬਰ ਗਏ ਤੇ ਮੈਂ ਚੰਦਨ ਨੂੰ ਘਰ ਬੁਲਾ ਲਿਆ ਤੇ ਉਸ ਦਿਨ ਆਪਣਾ ਕੁਵਾਰਾਪਨ ਉਸ ਦੇ ਹਵਾਲੇ ਕਰ ਦਿੱਤਾ। ਮੈਂ ਜਾਣਦੀ ਹਾਂ ਕਿ ਮੈਂ ਗਲਤ ਕੀਤਾ ਤੇ ਸ਼ਾਦੀशुदा ਹੋ ਕੇ ਇੱਕ ਗੈਰ ਮਰਦ ਨਾਲ ਰਿਸ਼ਤਾ ਬਣਾਇਆ। ਪਰੰਪਰਾ ਦੇ ਨਾਂ ਤੇ ਆਪਣੇ ਅਹਿਸਾਨਾਂ ਦਾ ਖੂਨ ਮੈਨੂੰ ਹਰਗਿਜ਼ ਮਨਜ਼ੂਰ ਨਹੀਂ ਸੀ। ਇਸ ਪੂਰੇ ਕਾਂਡ ਵਿੱਚ ਗਲਤੀ ਮੇਰੇ ਪਤੀ ਦੀ ਹੈ, ਜਿਨੇ ਜਾਣਬੁੱਝ ਕੇ ਮੇਰੇ ਨਾਲ ਵਿਆਹ ਕੀਤਾ ਤੇ ਮੇਰੀ ਜ਼ਿੰਦਗੀ ਖਰਾਬ ਕੀਤੀ। ਇਸ ਲਈ ਮੈਨੂੰ ਆਪਣੀ ਅੱਗ ਬੁਝਾਉਣ ਦਾ ਜੋ ਰਸਤਾ ਸਹੀ ਲੱਗਿਆ ਉਹ ਅਪਣਾਇਆ। ਉਸ ਦਿਨ ਮੈਂ ਅਤੇ ਚੰਦਨ ਨੇ ਇੱਕ ਦੂਜੇ ਤੇ ਖੁੱਲ੍ਹ ਕੇ ਪਿਆਰ ਲੁਟਾਇਆ ਤੇ ਉਸ ਦਿਨ ਤੋਂ ਬਾਅਦ ਜਦੋਂ ਵੀ ਮੌਕਾ ਮਿਲਦਾ ਮੈਂ ਤੇ ਚੰਦਨ ਇੱਕ ਦੂਜੇ ਦੀ ਸਰੀਰਕ ਜ਼ਰੂਰਤ ਨੂੰ
ਪੂਰਾ ਕਰ ਦਿੰਦੇ ਸੀ। ਮੈਂ ਸਿਰਫ ਸਰੀਰਕ ਸੁੱਖ ਲਈ ਹੀ ਚੰਦਰ ਨਾਲ ਰਿਸ਼ਤਾ ਨਹੀਂ ਬਣਾਇਆ ਸੀ, ਬਲਕਿ ਅਸੀਂ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਨ ਲੱਗ ਪਏ ਸਾਂ। ਪਰ ਇੱਕ ਦਿਨ ਮੈਂ ਤੇ ਚੰਦਨ ਘਰ ਦੀ ਛੱਤ ਤੇ ਇੱਕ ਦੂਜੇ ਨਾਲ ਪਿਆਰ ਵਿੱਚ ਪਾਗਲ ਹੋ ਕੇ ਗੁਆਚੇ ਹੋਏ ਸੀ ਤਾਂ ਮੇਰੇ ਪਤੀ ਨੇ ਸਾਨੂੰ ਅਜਿਹੀ ਹਾਲਤ ਵਿੱਚ ਦੇਖ ਲਿਆ। ਉਹ ਕੋਲ ਪਈ ਇੱਕ ਡਾਂਗ ਚੁੱਕ ਕੇ ਮੈਨੂੰ ਕੁੱਟਣ ਲੱਗਿਆ, ਪਰ ਮੇਰੇ ਵਿੱਚ ਅਧੂਰੀ ਪਿਆਸ ਸੀ ਤੇ ਮੈਂ ਅੱਗੋਂ ਜੋਸ਼ ਨਾਲ ਉਹਦੇ ਹੱਥ ਵਿੱਚੋਂ ਡਾਂਗ ਖੋਹ ਲਈ ਤੇ ਉਸ ਨਾਮਰਦ ਉੱਤੇ ਇਸ ਤਰ੍ਹਾਂ ਟੁੱਟ ਪਈ ਕਿ ਉਹਦੀਆਂ ਹੱਡੀਆਂ ਦਾ ਚੂਰਮਾ ਬਣਾ ਦਿੱਤਾ। ਹੁਣ ਤੁਸੀਂ ਇਹ ਦੱਸੋ ਮੈਂ ਕੀ ਗਲਤ ਕੀਤਾ? ਸਾਰਾ ਕਿੱਸਾ ਸੁਣਨ ਤੋਂ ਬਾਅਦ ਮੈਨੂੰ ਰਾਣੀ ਕਿਸੇ ਪਾਸਿਓਂ ਗਲਤ ਨਾ ਲੱਗੀ। ਮੈਂ ਰਾਣੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਤੂੰ ਅਤੇ ਤੇਰਾ ਪਤੀ ਆਮਣੇ ਸਾਹਮਣੇ ਬੈਠ ਕੇ ਇਸ ਮਸਲੇ ਦਾ ਹੱਲ ਕੱਢ ਸਕਦੇ ਹੋ। ਰਾਣੀ ਨੇ ਕਿਹਾ, ਮੈਡਮ ਹੁਣ ਜੋ ਵੀ ਅੰਜਾਮ ਹੋਵੇਗਾ ਦੇਖਿਆ ਜਾਵੇਗਾ, ਪਰ ਮੈਂ ਉਸ ਨਾਮਰਦ ਦੇ ਨਾਲ ਇੱਕ ਦਿਨ ਵੀ ਨਹੀਂ ਰਹਿ ਸਕਦੀ। ਕੁਝ ਵੀ ਕਰਕੇ ਮੈਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ ਅਤੇ ਚੰਦਰ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹਾਂ। ਪਰਿਵਾਰ ਅਤੇ ਸਮਾਜ ਦੇ ਡਰ ਨਾਲ ਮੈਂ ਆਪਣੀ ਜ਼ਿੰਦਗੀ ਨਹੀਂ ਖਰਾਬ ਕਰਨਾ ਚਾਹੁੰਦੀ। ਰਾਣੀ ਦੀਆਂ ਅੱਖਾਂ ਵਿੱਚ ਪਿਆਰ ਦੀ ਖੁਮਾਰੀ ਅਤੇ ਹਿੰਮਤ ਦੇਖ ਕੇ ਮੈਂ ਖੁਦ ਨੂੰ ਰਾਣੀ ਦੀ ਜਗ੍ਹਾ ਰੱਖ ਕੇ ਦੇਖਿਆ ਤਾਂ ਮੈਨੂੰ ਰਾਣੀ ਕਿਸੇ ਵੀ ਪਹਿਲੂ ਤੋਂ ਗਲਤ ਨਾ ਲੱਗੀ। ਮੈਂ ਉਸ ਨੂੰ ਕਿਹਾ, ਦੇਖ ਤੂੰ ਬਿਲਕੁਲ ਗਲਤ ਨਹੀਂ ਹੈ। ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੈ। ਵਿਆਹ ਟੁੱਟਣ ਵਿੱਚ ਹਮੇਸ਼ਾ ਔਰਤ ਹੀ ਜ਼ਿੰਮੇਵਾਰ ਨਹੀਂ ਹੁੰਦੀ। ਧੱਕੇ ਨਾਲ ਥੋਪਿਆ ਗਿਆ ਰਿਸ਼ਤਾ ਟੁੱਟ ਜਾਣਾ ਹੀ ਸਹੀ ਹੁੰਦਾ ਹੈ। ਰਾਣੀ ਮੇਰੇ ਗਲੇ ਲੱਗਦੇ ਹੋਏ ਬੋਲੀ, ਮੇਰੀਆਂ ਭਾਵਨਾਵਾਂ ਨੂੰ ਸਮਝਣ ਲਈ ਬਹੁਤ-ਬਹੁਤ ਧੰਨਵਾਦ। ਹੁਣ ਮੈਨੂੰ ਹਿੰਮਤ ਮਿਲ ਗਈ ਹੈ। ਜਦੋਂ ਤੱਕ ਇਹ ਮਾਮਲਾ ਨਹੀਂ ਸੁਲਝਦਾ ਮੈਂ ਤੁਹਾਡੇ ਘਰ ਕੰਮ ਤੇ ਨਹੀਂ ਆ ਸਕਾਂਗੀ, ਪਰ ਵਾਅਦਾ ਕਰਦੀ ਹਾਂ ਕਿ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਮੈਂ ਤੁਹਾਡੇ ਘਰ ਕੰਮ ਤੇ ਵਾਪਸ ਆ ਜਾਵਾਂਗੀ। ਇਹ ਕਹਿ ਕੇ ਰਾਣੀ ਚਲੀ ਗਈ। ਇਸ ਗੱਲ ਨੂੰ 4-5 ਮਹੀਨੇ ਹੋ ਗਏ ਸਨ ਤੇ ਮੈਂ ਤਾਂ ਰਾਣੀ ਨੂੰ ਭੁੱਲਦੀ ਹੀ ਜਾ ਰਹੀ ਸੀ। ਪਰ ਇੱਕ ਦਿਨ ਅਖਬਾਰ ਵਿੱਚ ਪੜ੍ਹਿਆ, ਇੱਕ ਸ਼ਰੀਫ ਪਤੀ ਦੇ ਹੱਥੋਂ ਰਾਣੀ ਨਾਮ ਦੀ ਇੱਕ ਬਦਚਲਨ ਔਰਤ ਦਾ ਕਤਲ। ਮੈਂ ਫੋਟੋ ਧਿਆਨ ਨਾਲ ਦੇਖੀ ਤਾਂ ਮੇਰੇ ਮੂੰਹੋਂ ਆਪਣੇ ਆਪ ਹੀ ਨਿਕਲ ਗਿਆ ਕਿ ਇਹ ਤਾਂ ਮੇਰੇ ਵਾਲੀ ਰਾਣੀ ਲੱਗਦੀ ਹੈ। ਮੈਂ ਤੁਰੰਤ ਉਸ ਅਖਬਾਰ ਦੇ ਦਫ਼ਤਰ ਗਈ ਅਤੇ ਸੰਪਾਦਕ ਨੂੰ ਸਾਰੀ ਕਹਾਣੀ ਦੱਸ ਦਿੱਤੀ। ਸੰਪਾਦਕ ਨੇ ਕਿਹਾ ਕਿ ਕੱਲ ਦੇ ਅਖਬਾਰ ਵਿੱਚ ਉਹੀ ਛਪੇਗਾ ਜੋ ਹੁਣ ਮੈਂ ਕਿਹਾ ਹੈ ਤੇ ਦੂਸਰੇ ਦਿਨ ਅਖਬਾਰ ਵਿੱਚ ਖਬਰ ਲੱਗੀ ਸੀ, ਕੱਲ ਵਾਲੇ ਕਤਲ ਕੇਸ ਵਿੱਚ ਇੱਕ ਸਨਸਨੀਖੇਜ਼ ਖੁਲਾਸਾ, ਇੱਕ ਨਾਮਰਦ ਪਤੀ ਦੇ ਹੱਥੋਂ ਰਾਣੀ ਨਾਮ ਦੀ ਇੱਕ ਮਾਸੂਮ ਅਤੇ ਵਿਆਹ ਦੇ ਨਾਮ ਤੇ ਠੱਗੀ ਗਈ ਔਰਤ ਦੀ ਹੱਤਿਆ। ਇਹ ਪੜ੍ਹ ਕੇ ਮੈਨੂੰ ਸਕੂਨ ਮਿਲਿਆ ਤੇ ਮੈਂ ਸੋਚਣ ਲੱਗੀ ਕਿ ਇਸ ਪਾਖੰਡੀ ਸਮਾਜ ਵਿੱਚ ਨਾ ਜਾਣੇ ਕਿੰਨੀਆਂ ਹੀ ਅਜਿਹੀਆਂ ਰਾਣੀਆਂ ਹੋਣਗੀਆਂ ਜੋ ਦੂਸਰੇ ਦੀ ਗਲਤੀ ਕਾਰਨ ਬਲੀ ਚੜ੍ਹ ਜਾਂਦੀਆਂ ਹੋਣਗੀਆਂ। ਸਿਆਣਾ ਸਿਰਫ ਔਰਤਾਂ ਦੇ ਹਿੱਸੇ ਹੀ ਕਿਉਂ ਆਇਆ ਹੈ? ਐਨੇ ਵਿੱਚ ਮੇਰੇ ਪਤੀ ਨੇ ਚੁਟਕੀ ਵਜਾਉਂਦੇ ਹੋਏ ਮੇਰੇ ਖਿਆਲਾਂ ਦੀ ਡੋਰ ਨੂੰ ਤੋੜਿਆ ਤੇ ਬੋਲੇ, ਹੈਲੋ ਜਾਨੂ, ਇੱਕ ਕੱਪ ਚਾਹ ਮਿਲੇਗੀ ਕਿ ਨਹੀਂ? ਤੇ ਮੈਂ ਮੁਸਕਰਾਉਂਦੇ ਹੋਏ ਆਪਣੇ ਪਤੀ ਦੇ ਗਲੇ ਲੱਗ ਗਈ। ਤੁਸੀਂ ਸੁਣੀ ਕਹਾਣੀ ਪਿਆਸੀ ਨਦੀ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ। ਜੇਕਰ ਕਹਾਣੀ ਵਧੀਆ ਲੱਗੀ, ਕਹਾਣੀ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।